मछली जाल न जाणिया सर खारा असगाह। अत सियाणी सोहणी क्यों कीतो वेसाहा। ਇਹ ਅੰਮ੍ਰਿਤ ਬਚਨ ਸਤਿਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ, ਜਿਨ੍ਹਾਂ ਅੰਦਰ ਇੱਕ ਮੱਛੀ ਦੀ ਹਾਲਤ ਬਿਆਨ ਕੀਤੀ ਜਿਹੜੀ ਖਾਰੇ ਅਥਾਹ ਸਮੁੰਦਰ 'ਚ ਰਹਿੰਦਿਆਂ ਹੋਇਆਂ ਜਾਲ 'ਤੇ ਭਰੋਸਾ ਕਰਕੇ ਜਾਲ 'ਚ ਫਸ ਕੇ ਪਛਤਾਉਂਦੀ ਅਤੇ ਝੂਰਦੀ ਹੈ। ਜਿਵੇਂ ਇਹ ਹਾਲਾਤ ਸਤਿਗੁਰੂ ਜੀ ਨੇ ਸਾਡੇ ਬਿਆਨ ਕੀਤੇ ਹੋਣ, ਜਿਵੇਂ ਅਸੀਂ ਝੂਠੇ ਭਰੋਸੇ ਲਾਰਿਆਂ ਵਿੱਚ ਫਸ ਕੇ ਅੱਜ ਝੂਰ ਰਹੇ ਹਾਂ। 15ਵੀਂ ਸਦੀ ਵਿੱਚ ਇਸ ਭਾਰਤ ਭੂਮੀ ਦੇ ਉੱਪਰ ਜਦੋਂ ਇਹ ਸਮਾਜ ਕਰਮਕਾਂਡਾਂ ਦੀ ਦਲਦਲ ਵਿੱਚ ਫਸਿਆ ਹੋਇਆ ਸੀ, ਵਰਣ ਵੰਡ ਦੇ ਤਹਿਤ ਇਸ ਨੂੰ ਲੀਰੋ ਲੀਰ ਕੀਤਾ ਹੋਇਆ ਸੀ, ਧਰਮ ਦੇ ਨਾਂ ਦੇ ਉੱਪਰ ਇਹਦੀ ਲੁੱਟ ਖਸੁੱਟ ਹੋ ਰਹੀ ਸੀ, ਮਨੂਵਾਦੀ ਸੋਚ ਇਸ ਮਨੁੱਖ ਨੂੰ ਗੁਲਾਮ ਬਣਾ ਕੇ ਬੈਠੀ ਹੋਈ ਸੀ। ਗੈਰਾਂ ਨੇ ਵੀ ਇਸ ਮੁਲਕ ਨੂੰ ਰਾਜਨੀਤਿਕ ਤੌਰ 'ਤੇ ਗੁਲਾਮ ਬਣਾਇਆ। ਇਸ ਦੁੱਖਾਂ ਦੀ ਚੱਕੀ 'ਚ ਪਿਸ ਰਹੇ ਇਸ ਸਮਾਜ ਨੂੰ ਨਿਜਾਤ ਦਿਲਾਉਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਇਸ ਧਰਤੀ 'ਤੇ ਆਏ। ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਿਰਮਲ ਪੰਥ ਦੀ ਆਰੰਭਤਾ ਕੀਤੀ, ਜਿਹਦੇ ਤਹਿਤ ਸਤਿਗੁਰੂ ਜੀ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਦਾ ਨਾਅਰਾ ਬੁਲੰਦ ਕੀਤਾ। 9 ਸਾਲ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਹਰਦਿਆਲ ਜੀ ਨੂੰ ਇਹ ਕਹਿ ਕੇ ਜਨੇਊ ਪਾਉਣ ਤੋਂ ਇਨਕਾਰ ਕਰਤਾ, ਪੰਡਤ ਜੀ ਮੈਨੂੰ ਇਸ ਜਨੇਊ ਦੀ ਲੋੜ ਨਹੀਂ, ਮੈਨੂੰ ਤੇ ਦਇਆ ਕਪਾਹ ਸੰਤੋਖ ਸੂ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹੈ ਤਾਂ ਪਾਂਦੇ ਕੱਠ। ਆਪਣੇ ਵਿਆਹ ਕਾਰਜ 'ਤੇ ਸਤਿਗੁਰੂ ਜੀ ਨੇ ਵੇਦੀ ਦੁਆਲੇ ਲਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਇਸ ਛੂਤ ਛਾਤ ਜਾਤ ਪਾਤ ਵਾਲੇ ਸਮਾਜ ਦੇ ਵਿੱਚ ਭਾਈ ਮਰਦਾਨਾ ਜੀ ਨੂੰ ਨਾਲ ਲਿਆ। ਭਾਈ ਲਾਲਾ ਜੀ ਨੂੰ ਨਿਵਾਜਦਿਆਂ, ਭਾਈ ਲਾਲੋ ਜੀ ਨੂੰ ਨਿਵਾਜਦਿਆਂ ਇਹ ਗੱਲ ਕਹੀ ਸੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸੱਥ ਵੱਡਿਆ ਸੂ ਕਿਆ ਰੀਸ। ਇਸ ਵਿਪਰ ਸੋਚ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਕੁਰਾਈਆ ਕਿਹਾ, ਗੁਰੂ ਨਾਨਕ ਸਾਹਿਬ ਜੀ ਨੂੰ ਭੂਤਨਾ ਤੇ ਬੇਤਾਲਾ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਦੀ ਆਰੰਭਤਾ ਕਰ ਦਿੱਤੀ। ਗੁਰੂ ਅੰਗਦ ਦੇਵ ਜੀ ਗੁਰਗੱਦੀ ਤੇ ਬੈਠੇ। ਗੁਰੂ ਅੰਗਦ ਦੇਵ ਜੀ ਨੂੰ ਇਸੇ ਸੋਚ ਨੇ ਖਨੂਰ ਵਿੱਚੋਂ ਬਾਹਰ ਕਢਾ ਦਿੱਤਾ ਕਿ ਇਹ ਗ੍ਰਸਤੀਆਂ ਦਾ ਮਾਰਗ ਹੈ। ਗੁਰੂ ਅਮਰਦਾਸ ਜੀ ਗੁਰਗੱਦੀ ਤੇ ਬੈਠੇ, ਗੋਇੰਦਵਾਲ ਵਿੱਚ ਬੈਠ ਕੇ ਪੰਥ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ। ਉਹਨਾਂ ਦੇ ਵਿਰੁੱਧ ਇਸੇ ਸੋਚ ਨੇ ਇੱਕ ਲਾਹੌਰ 'ਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਇਹ ਜਾਤ ਪਾਤ ਨੂੰ ਖਤਮ ਕਰ ਰਹੇ ਨੇ, ਵਰਣ ਵੰਡ ਨੂੰ ਖਤਮ ਕਰ ਰਹੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕੀਤੀ, ਜੋ ਸਮੁੱਚੀ ਮਾਨਵਤਾ ਨੂੰ ਬਰਾਬਰਤਾ ਤਾਂ ਸਾਂਝੀਵਾਲਤਾ ਦਾ ਹਮੇਸ਼ਾ ਸੁਨੇਹਾ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਜਿਹਦੇ ਵਿੱਚ ਸਤਿਗੁਰੂ ਜੀ ਨੇ ਇਨਕਲਾਬੀ ਮਹਾਂਪੁਰਖਾਂ ਦੀ ਬਾਣੀ ਨੂੰ, ਬਾਬਾ ਕਬੀਰ ਸਾਹਿਬ ਜੀ, ਬਾਬਾ ਨਾਮਦੇਵ ਜੀ, ਬਾਬਾ ਰਵਿਦਾਸ ਜੀ ਤੇ ਹੋਰ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ। ਇਹ ਸੋਚ ਜਿਹੜੀ ਸੀ ਤੜਫ ਉੱਠੀ, ਇੱਥੋਂ ਤੱਕ ਚਲੀ ਗਈ ਕਿ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੈ, ਜਿਹੜੀ ਕਿ ਹਮੇਸ਼ਾ ਹੀ ਇਸ ਸੋਚ ਨੂੰ ਵੰਗਾਰਦੀ ਰਹੇਗੀ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ, ਰਾਜੇਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ 'ਤੇ ਬੈਠੇ। ਹਕੂਮਤ ਦੇ ਨਾਲ ਸਤਿਗੁਰੂ ਜੀ ਨੇ ਸ਼ਸਤਰਧਾਰੀ ਇਨਕਲਾਬ ਲਿਆਂਦਾ, ਯੁੱਧ ਕੀਤੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਦੀ ਆਜ਼ਾਦੀ ਦੀ ਲਈ ਹੋਈ। ਜਦੋਂ ਇਸ ਭਾਰਤ ਭੂਮੀ ਦੇ ਵਿੱਚ ਮੁਗਲੀਆ ਹਕੂਮਤ ਵੱਲੋਂ ਹਿੰਦੂ ਮਤ ਨੂੰ ਖਤਮ ਕੀਤੇ ਜਾਣ ਦੀ ਗੱਲ ਆਈ, ਇਹੀ ਸੋਚ ਗੁਰੂ ਚਰਨਾਂ 'ਚ ਆ ਕੇ ਡਿੱਗੀ ਔਰ ਸਤਿਗੁਰੂ ਜੀ ਪਾਸੋਂ ਮਦਦ ਮੰਗੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਧਰਮ ਦੀ ਸੁਤੰਤਰਤਾ ਦੇ ਲਈ ਹੋਈ। 9 ਸਾਲ ਦੀ ਉਮਰ 'ਚ ਗੁਰੂ ਕਲਗੀਧਰ ਪਾਤਸ਼ਾਹ ਜੀ ਗੁਰਗੱਦੀ 'ਤੇ ਬੈਠੇ। ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਅੱਗੇ ਤੋਰਨ ਲੱਗੇ, ਸਤਿਗੁਰੂ ਜੀ ਦੇ ਰਸਤੇ ਡਿੱਕੇ ਡਾਏ ਗਏ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਿਰਮਲ ਪੰਥ ਨੂੰ ਸੰਪੂਰਨ ਕਰਕੇ ਇੱਕ ਐਲਾਨ ਕਰ ਦਿੱਤਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਅਸੀਂ ਇਹਨਾਂ ਦਿਨਾਂ 'ਚ ਗੁਜ਼ਰ ਰਹੇ ਹਾਂ ਜਦੋਂ 1984 'ਚ ਜੂਨ ਦੇ ਮਹੀਨੇ ਵਿੱਚ ਪਹਿਲੇ ਹਫ਼ਤੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਭਾਰਤ ਦੀਆਂ ਫੌਜਾਂ ਨੇ ਬੜਾ ਤਗੜਾ ਇੱਕ ਜ਼ਬਰਦਸਤ ਹਮਲਾ ਕਰ ਦਿੱਤਾ। ਉਹ ਹਮਲੇ ਦਾ ਕਾਰਨ ਇਹ ਗਿਣਿਆ ਜਾਂਦਾ ਹੈ ਕਿ ਇੱਥੇ ਸਨ ਜਰਨੈਲ ਸਿੰਘ ਜੀ ਬੈਠੇ ਸਨ, ਉਹਨਾਂ ਦੇ ਹਥਿਆਰਬੰਦ ਸਾਥੀ ਬੈਠੇ ਸਨ, ਉਹਨਾਂ ਨੂੰ ਫੜਨਾ ਸੀ। ਲੇਕਿਨ ਦਰਅਸਲ ਇੱਕ ਬਹਾਨਾ ਸੀ। ਇਹ ਸੋਚ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਬਾਅਦ ਸਿੱਖ ਸੋਚ ਨੂੰ ਹਮੇਸ਼ਾ ਖਤਮ ਕਰਨ ਦੇ ਲਈ ਯਤਨ ਕੀਤੇ। ਸਿੱਖ ਮਿਸਲਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਇੱਕ ਬੜਾ ਵੱਡਾ ਆਜ਼ਾਦ ਰਾਜ ਕਾਇਮ ਬਣਿਆ।
सिख राज कायम होया। महाराजा रणजीत सिंह तख्त ते बैठे पर इस सोच द्वारा निगले गए, वो सिੱਖੀ सिद्धांतों तो ऊने रह गए। इस सोच ने गलबा पा लिया। सिख राज जिहड़ा सी इस गदारी सदका दिनां दे विच तहस नहस हो गया। वो एक महान राज जिहड़ा सी खत्म हो गया। ਉਹਦਾ ਕਾਰਨ ਇਹ ਸੀ ਕਿ ਸਿੱਖ ਉਦੋਂ ਆਪਣੀ ਸੋਚ ਤਿਆਗ ਕੇ ਵਿਪਰ ਕੀ ਸੋਚ ਦੇ ਧਾਰਨੀ ਬਣ ਚੁੱਕੇ ਸਨ। ਔਰ ਗੁਰਧਾਮਾਂ ਦੇ ਉੱਪਰ ਇਹ ਸੋਚ ਦਾ ਕਬਜ਼ਾ ਹੋ ਗਿਆ। ਬ੍ਰਿਟਿਸ਼ ਗਵਰਨਮੈਂਟ ਨੇ ਵੀ ਇਸ ਸੋਚ ਨੂੰ ਖਤਮ ਕਰਨ ਦੇ ਲਈ ਸਿੱਖ ਸੋਚ ਦੇ ਵਿਰੁੱਧ ਹਮੇਸ਼ਾ ਸਾਜ਼ਿਸ਼ਾਂ ਰਚੀਆਂ। ਸਿੱਖਾਂ ਨੇ ਬੜੀਆਂ ਤਗੜੀਆਂ ਕੁਰਬਾਨੀਆਂ ਕੀਤੀਆਂ। ਭਾਰਤ ਦੀ ਆਜ਼ਾਦੀ ਦੇ ਲਈ ਕਾਲੇ ਪਾਣੀ ਗਏ, ਫਾਂਸੀਆਂ ਦੇ ਰਸਤੇ ਚੁੰਮੇ, ਜੇਲ੍ਹਾਂ ਕੱਟੀਆਂ, ਲਾਠੀਆਂ ਖਾਧੀਆਂ। 1947 'ਚ बिल्कुल साडी वो मछली वाली हाल जिस का जिक्र सतगुरु जी ने किया कि मछली जाल न जानिया अत सर खारा असगाह अत सियाणी सोहनी क्यों कीतो वेसा। इस विश्वास के नाल कि भारत साडा मुल्क है, असीं आज़ादी नाल जीउ सकांगे। अपनियां वड्डियां जायदादां छड्ड के, वड्डे वड्डे कामकार छड्ड के सिख जिहड़ा सी वो पश्चिमी पंजाब नूं छड्ड के पूर्वी पंजाब च आके वस गया। पर 1947 तो इस नूं जराइम पेशा सिख कौम नूं करार दे दिता गया और वो चालां चलियां गईयां जिथे इस दे नरालेपण नूं खत्म किया जाए, क्योंकि इस सोच नूं सिखां दे विचों राजपुणे दी बू आउंदी है, सिखां दी सरदारी इस नूं चुभदी है। श्री अकाल तख्त साहिब जिहड़ा साडी स्वैमान दा प्रतीक है, साडी आज़ादी दा प्रतीक है, साडी प्रभु सत्ता दा प्रतीक है, वो हमेशा इस सोच नूं चुभदा रहा। ते समय समय ते अजिही सोच ने श्री हरमंदर साहिब श्री अकाल तख्त साहिब जी दे विरुद्ध हमेशा ही गहरी अख दे नाल देखिया, इस नूं खत्म करने का यतन किया। पर गुरु के खालसे ने इन्हां दी इस अख की पेश ना जान दी गई। पर गुरु का खालसा मच्छी वांगू फस गया इस जाल के अंदर। 1947 तो बाद लगातार सिख सिद्धांतां दा कान होया, डेरावाद पैदा किया गया, अनेक तरह दी और साजिशां रचियां गईयां, अनेक तरह के इहो जिहे कानून बनाए गए जिस दे तहत कि ये गुरु नानक साहिब जी की निर्मल सोच नूं धुंधलियां किया जाए। क्योंकि जिहड़ियां कौमां आप गुलामी की जलालत चल चुकियां होण, वो दूजियां नूं जलील ही करदियां ने, वो दूजियां दे स्वैमान नूं बर्दाश्त नहीं कर सकदियां। उन्हां दे मनां दी एक तंगदिली हुंदी है ते यही तंगदिली इस विपर सोच वालों हमेशा वरती जाती रही। सिख जगत के अंदर जागृति का समा आया। संत जरनैल सिंह जी दे, संत करतार सिंह जी दे समय सिੱਖੀ का बहुत भारी प्रचार प्रसार होया। पंजाब की धरती ते अमृतधारी गुरसिख सोहणियां दस्तारां सोहणे दाड़ियां वाले फिरदे एक नवां स्वरूप सामने आउण लग पिया। ये गुरबाणी का प्रचार प्रसार इस सोच नूं चंगा ना लग्या। कई तरह के षडयंत्र रच के उन्हां दे विरुद्ध मुकदमे दायर किए गए। इधर पंजाब की धरती ते अकाली दल ने वध अधिकारां दे लई एक धर्म युद्ध मोर्चा पंजाब के पाणियां की रखिया दे लई ते वध अधिकारां दे लई पूरी तो शुरू किया। इधर संत जरनैल सिंह जी के साथी फड़ ले गए। उन्होंने अमृतसर तो एक धर्म युद्ध मोर्चा शुरू कर दिता। पूरी वाला मोर्चा भी धर्म युद्ध विच रल गया। धर्म युद्ध मोर्चे के अधीन सिखां दे अंदर बड़ी एक जोश जागया, जागृति जागी, जो गौरमेंट इसनूं बर्दाश्त ना कर सकी। लखां सिख जेलां अंदर गए, लेकिन सिखां की कोई गल ना मनी गई। आखिर ये मोर्चा जोर फड़दा गया। इस सोच ने इस सिख इनकलाब नूं खत्म करन दे लई फिर बड़ी तंगदिली वरती। अपने ही लोगों के उपर अपनियां फौजां, हथियारबंद टैंक, बख्तरबंद गाड़ियां, हज़ारां की तादाद में मिलटरी नूं भेज के श्री अमृतसर नूं घेरा पा लिया। समुचे पंजाब दे विच करफ्यू लगा दिता गया, लोगों नूं बंदी बना दिता गया। ये करफ्यू सिर्फ सिखां करके सी, होर किसी करके नहीं। जिन्हां लोगों ने श्री हरमंदर साहिब जी के उपर हमले की खुशी च लड्डू वंडे, उन्हां लई करफ्यू नहीं सी। वो तो करफ्यू से भी तुरे फिरदे सन। करफ्यू उन्हां लोकां लई सी जिहड़े श्री हरमंदर साहिब जी वाल नूं जाना चाहुंदे सन। श्री अकाल तख्त साहिब जी के उपर टैंकां दे नाल हमला किया गया, तोपां दे नाल हमला किया गया, जहरीलियां गैसां छड्ड के श्री अकाल तख्त साहिब के अंदर जिहड़े सिंह सन उन्होंने शहीद किया गया। संत जरनैल सिंह जी अपने साथियों समेत इत्थे बड़ी बहादरी दे नाल इन्हां फौजां नाल लड़े ते इस भारतीय फौज का बड़ा वड्डा उन्होंने नुकसान किया। आखिर किन्ना चिर लड़दे। जून के पहले हफ्ते 4, 5, 6 जून नूं इस भारत की धरती के उपर एक बड़ा तगड़ा खूंखार हमला करके घल्लूकारा किया गया। जिउंदियां कौमां के रस्ते च घल्लूकारे आउंदे ने। सिख कौम ने अगे भी घल्लूकारे चले, कानूवान का घल्लूकारा, कुपरहीड़े का घल्लूकारा,
ਜਿਹਦੇ ਵਿੱਚ ਅਜੇ ਕੌਮ ਖਤਮ ਹੋ ਗਈ ਸੀ। ਪਰ ਉਹ ਜਿਹੜੇ ਘੱਲੂਘਾਰੇ ਸਨ ਉਹ ਬਾਹਰੋਂ ਆਏ ਲੋਕਾਂ ਵੱਲੋਂ ਸਨ। ਪਰ ਇਹ ਘੱਲੂਘਾਰਾ ਆਪਣੇ ਉਸ ਮੁਲਕ ਦੀਆਂ ਫੌਜਾਂ ਵੱਲੋਂ, ਜਿਸ ਮੁਲਕ ਦੀ ਖਾਤਰ ਸਿੱਖਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਔਰ ਜਿਨ੍ਹਾਂ ਦੇ ਉੱਪਰ ਭਰੋਸਾ ਕੀਤਾ ਕਿ ਸਾਡਾ ਮੁਲਕ ਹੈ, ਐਡਾ ਵੱਡਾ ਜ਼ਬਰਦਸਤ ਹਮਲਾ ਕਰਕੇ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਹਜ਼ਾਰਾਂ ਸਿੰਘ ਸ਼ਹੀਦ ਹੋਏ, ਬੇਦੋਸ਼ੀਆਂ ਨੂੰ ਮਾਰਿਆ ਗਿਆ। ਇਹ ਕਿਹਾ ਜਾਂਦਾ ਹੈ ਕਿ ਉੱਥੇ ਸੰਤ ਜਰਨੈਲ ਸਿੰਘ ਜੀ ਆਪਣੇ ਸਾਥੀਆਂ ਸਮੇਤ ਹਥਿਆਰਬੰਦ ਹੋ ਕੇ ਬੈਠੇ ਸਨ। ਉਹਨਾਂ ਨੂੰ ਕੱਢਣ ਲਈ ਫੌਜ ਭੇਜੀ ਗਈ। ਸੰਤ ਜਰਨੈਲ ਸਿੰਘ ਜੀ ਤੇ ਉਹਨਾਂ ਦੇ ਸਾਥੀ ਕੋਈ ਸੈਂਕੜਿਆਂ ਦੀ ਗਿਣਤੀ 'ਚ ਹੋ ਸਕਦੇ ਨੇ, ਪਰ ਏਡੀਆਂ ਵੱਡੀਆਂ ਫੌਜਾਂ, ਤੋਪਾਂ, ਟੈਂਕ ਜਿਹੜੇ ਸਨ ਉਹ ਕਿਸ ਫੌਜ ਲਈ ਭੇਜੇ ਗਏ? ਸੰਤ ਜਰਨੈਲ ਸਿੰਘ ਜੀ ਨੂੰ ਬਾਹਰ ਲਿਆਉਣ ਦੇ ਲਈ ਹੋਰ ਵੀ ਬੜੇ ਸਾਧਨ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਾਹੀਂ ਹੁਕਮ ਕਰਕੇ ਉਹ ਬਾਹਰ ਲਿਆਂਦੇ ਜਾ ਸਕਦੇ ਸਨ। ਸੰਤ ਜਰਨੈਲ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਸਨ, ਪਰ ਇਹ ਕਰਨ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵਡਿਆਈ ਵੱਧਦੀ ਸੀ। ਮਸਲਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਉਸ ਆਜ਼ਾਦ ਹਸਤੀ ਨੂੰ ਖਤਮ ਕਰਨ ਤੋਂ ਸੀ, ਉਸ ਸਿਧਾਂਤ ਨੂੰ ਮੇਟਣ ਤੋਂ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਢਹਿ ਢੇਰੀ ਕਰ ਦਿੱਤਾ ਗਿਆ। ਮਾਸੂਮ ਔਰ ਇਹ ਉਹ ਸਮਾਂ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਸ਼ਹੀਦੀ ਪੁਰਬ ਗੁਰੂ ਕੀਆਂ ਸੰਗਤਾਂ ਮਨਾ ਰਹੀਆਂ ਸਨ। ਹਜ਼ਾਰਾਂ ਹੀ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਹਰਿਮੰਦਰ ਸਾਹਿਬ ਤੋਂ ਬਿਨਾਂ 36 ਹੋਰ ਗੁਰਦੁਆਰਿਆਂ ਦੇ ਉੱਪਰ ਹਮਲੇ ਕਰਕੇ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ। ਨੌਜਵਾਨਾਂ ਨੂੰ ਫੜਿਆ ਗਿਆ, ਮਾਰਿਆ ਗਿਆ, ਜ਼ੁਲਮ ਕੀਤੇ ਗਏ। ਪੰਜਾਬ ਦੀ ਧਰਤੀ 'ਚੋਂ 1984 ਤੋਂ ਬਾਅਦ ਚੁਣ ਚੁਣ ਕੇ ਨੌਜਵਾਨਾਂ ਨੂੰ ਮਾਰਿਆ ਗਿਆ, ਜਵਾਨੀ ਦਾ ਕਾਣ ਕੀਤਾ ਗਿਆ। ਇਹ ਉਹੀ ਸੋਚ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਬਚਨਾਂ ਤੋਂ ਚੜ੍ਹ ਗਈ। ਸਤਿਗੁਰੂ ਜੀ ਨੇ ਕਿਹਾ ਮੈਂ ਜਨੇਊ ਨਹੀਂ ਪਾਉਣਾ। ਇੱਕ ਮੁਸਲਮਾਨ ਵੀਰ ਨੇ ਇਹ ਕਵਿਤਾ ਗਾਈ ਹੈ ਕਿ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਇਹ 5 ਸਦੀਆਂ ਦੀ ਜ਼ਹਿਰ ਜਿਹੜੀ ਅੰਦਰ ਇਹਦੇ ਘੁਲ ਰਹੀ ਸੀ, ਜਿਹੜੀ ਸਮੇਂ-ਸਮੇਂ 'ਤੇ ਅੱਗੇ ਵੀ ਕਦੀ ਗੰਗੂ ਦੇ ਰੂਪ ਵਿੱਚ, ਚੰਦੂ ਦੇ ਰੂਪ ਵਿੱਚ, ਲਖਪਤ ਦੇ ਰੂਪ ਵਿੱਚ ਨਿਕਲਦੀ ਰਹੀ ਸੀ। ਉਹ 1984 ਵਿੱਚ ਜੂਨ ਦੇ ਮਹੀਨੇ 'ਚ ਉਹਨਾਂ ਨੇ ਕੱਢ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਪਰ ਇਹ ਕਾਰਵਾਈ ਕਰਕੇ ਇਹ ਯਤਨ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਦੇ ਨਾਲ ਜਾਂ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਦੇ ਨਾਲ ਸਿੱਖ ਕੌਮ ਟੁੱਟ ਜਾਏਗੀ। ਪਰ ਸਿੱਖ ਜਿਹੜਾ ਸੀ ਫਿਰ ਦੂਣ ਸਵਾਇਆ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਦਰਅਸਲ ਇਹ ਕੁਝ ਸਾਡੇ ਨਾਲ ਹੋਣ ਦਾ ਕਾਰਨ ਇਹ ਹੈ, ਕਹਿੰਦੇ ਕਿ ਸ਼ੇਰ ਦਾ ਬੱਚਾ ਸ਼ੇਰਾਂ ਦੇ ਝੁੰਡ 'ਚੋਂ ਨਿਕਲ ਕੇ ਭੇਡਾਂ 'ਚ ਜਾ ਰਲਿਆ, ਭੇਡਾਂ ਵਾਲੀ ਬੋਲੀ ਬੋਲਣ ਲੱਗ ਪਿਆ, ਭੇਡਾਂ 'ਚ ਹੀ ਰਹਿਣ ਲੱਗ ਪਿਆ। ਕਿੰਨਾ ਸਮਾਂ ਲੰਘ ਗਿਆ, ਇੱਕ ਵਾਰੀ ਕਿਤੇ ਦੂਰ ਜੰਗਲ 'ਚ ਸ਼ੇਰ ਬੋਲਿਆ। ਉਹ ਸ਼ੇਰ ਦੀ ਆਵਾਜ਼ ਸ਼ੇਰ ਦੇ ਬੱਚੇ ਨੇ ਸੁਣੀ, ਉਹਦੇ ਅੰਦਰ ਸ਼ੇਰ ਪੁਰਾਣਾ ਜਾਗਣਾ ਸ਼ੁਰੂ ਹੋਇਆ। ਦੂਸਰੀ ਆਵਾਜ਼ ਸੁਣੀ ਤੇ ਉਹ ਫਿਰ ਉਵੇਂ ਸ਼ੇਰ ਵਾਂਗੂ ਬੋਲਿਆ ਤੇ ਭੇਡਾਂ ਦੇ ਇੱਜੜ ਜਿਹੜੇ ਭੱਜ ਗਏ। ਗੁਰੂ ਕਾ ਸਿੱਖ ਵੀ ਭੇਡਾਂ ਵਿੱਚ ਜਾ ਰਲਿਆ। ਕੇਵਲ ਦੁਨਿਆਵੀ ਰਾਜ ਗੱਦੀਆਂ ਦੇ ਲਈ ਇਹ ਸਿੱਖੀ ਸਿਧਾਂਤਾਂ ਤੋਂ ਲਾਂਭੇ ਹੋ ਗਿਆ। ਕੇਵਲ ਆਪਣੀ ਸ਼ੋਹਰਤ ਤੇ ਮੱਥੇ ਟਿਕਾਉਣ ਦੇ ਚੱਕਰ ਪਿੱਛੇ ਇਹਨੇ ਸਿੱਖੀ ਸਿਧਾਂਤਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਸਾਡੀ ਉਹ ਸ਼ੇਰ ਦੇ ਬੱਚੇ ਵਾਲੀ ਹਾਲਤ ਹੋਈ ਹੈ। ਆਓ ਆਪਾਂ ਗੁਰੂ ਕੇ ਸ਼ਬਦ ਨਾਲ ਜੁੜੀਏ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵਾਅਦਾ ਕੀਤਾ ਸੀ ਸਿੱਖਾ ਤੇਰੇ ਨਾਲ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ, ਜਾਬੇ ਗਏ ਵਿਪਰਨ ਕੀਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿੰਨਾ ਚਿਰ ਨਿਆਰੇਪਣ ਨੂੰ ਕਾਇਮ ਰੱਖੇਗਾ ਉਹਨਾਂ ਚਿਰ ਤੈਨੂੰ ਮੈਂ ਸਾਰਾ ਤੇਜ ਦੇਵਾਂਗਾ, ਤੇਰਾ ਮਦਦਗਾਰ ਬਣਾਂਗਾ। ਔਰ ਇਤਿਹਾਸ ਗਵਾਹ ਹੈ ਗੁਰੂ ਕਾ ਇਕੱਲਾ ਸਿੱਖ ਵੀ ਜਿਹੜਾ ਹੈ ਉਹ ਕਦੀ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ। ਅੱਜ ਸਮੁੱਚੀ ਦੁਨੀਆ 'ਤੇ ਸਿੱਖ ਪਸਰਿਆ ਪਿਆ ਹੈ, ਪਰ ਸਾਡੇ ਅੰਦਰ ਨਿਰਾਸ਼ਾ ਦਾ ਕਾਰਨ ਇਹ ਹੈ ਕਿ ਆਪਾਂ ਸ਼ਬਦ ਗੁਰੂ ਨਾਲੋਂ ਟੁੱਟ ਗਏ, ਡੇਰਿਆਂ ਦੇ ਪੁਜਾਰੀ ਬਣ ਗਏ, ਮਨੁੱਖਾਂ ਦੇ ਪੁਜਾਰੀ ਬਣ ਗਏ। ਅਸੀਂ ਕਰਮ ਕਾਂਡਾਂ ਦੇ, ਅਸੀਂ ਦਿਨ ਦਿਹਾੜਾਂ ਦੇ ਪੁਜਾਰੀ ਬਣ ਗਏ, ਸੰਪਰਦਾਇਕਤਾ 'ਚ ਵੰਡੇ ਗਏ। ਸਾਡੀ ਹਾਲਤ ਉਸੇ ਮੱਛੀ ਵਾਲੀ ਹੋ ਗਈ ਜਿਹੜੀ ਜਾਲ 'ਚ ਫੜ ਕੇ ਤੜਫਦੀ ਹੈ ਪਰ ਨਿਕਲ ਨਹੀਂ ਸਕਦੀ। ਅਸੀਂ ਵੀ ਤੜਫ ਰਹੇ ਹਾਂ। ਇਹਦੇ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਹੈ ਕਿ ਆਪਾਂ ਗੁਰੂ ਕੇ ਸਮਾਰਗ 'ਤੇ ਚੱਲਦੇ ਹਾਂ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇਸ ਮਾਰਗ 'ਤੇ ਚੱਲੀਏ। ਦੇਖੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਾਇਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਉਸ ਤੋਂ ਵੀ ਸੋਹਣਾ ਜਿਹੜਾ ਬਣ ਗਿਆ, ਉੱਚਾ ਬਣ ਗਿਆ। ਕਈ ਵਾਰ ਅੱਗੇ ਪਹਿਲਾਂ ਹਰਿਮੰਦਰ ਸਾਹਿਬ 'ਤੇ ਹਮਲੇ ਹੋਏ ਨੇ, ਹੁੰਦੇ ਰਹਿਣਗੇ, ਕਿਉਂਕਿ ਜਾਗਦੀਆਂ ਕੌਮਾਂ ਨੂੰ ਇਹ ਘੱਲੂਘਾਰੇ ਸਹਿਣੇ ਪੈਂਦੇ ਨੇ, ਪਰ ਸਿਆਣੀਆਂ ਕੌਮਾਂ ਇਸ ਤੋਂ ਸਿੱਖਦੀਆਂ ਨੇ। ਜਿਉਸ ਕੌਮ ਦਾ ਘੱਲੂਘਾਰਾ ਹੋਇਆ, ਉਹਨਾਂ ਦੇ ਲੀਡਰਾਂ ਨੇ ਬੈਠ ਕੇ ਸੋਚਿਆ ਕਿ ਅਸੀਂ ਧਰਤੀ 'ਤੇ ਜਿਉਂਦੇ ਰਹਿਣਾ ਤੇ ਕੀ ਕਰਨਾ। ਉਹਨਾਂ ਨੇ ਉਸ ਘੱਲੂਘਾਰੇ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਿਆ। ਅੱਜ ਜਿਉਸ ਕੌਮ ਸਾਰੀ ਦੁਨੀਆ 'ਤੇ ਛਾਈ ਬੈਠੀ ਹੈ। ਬੜਾ ਅਫਸੋਸ ਹੈ ਕਿ ਸਾਡੇ ਇਸ ਲੀਡਰਾਂ ਨੇ ਸਾਡੀਆਂ ਯਾਦਾਂ ਨੂੰ ਖਤਮ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਤਾਂ ਢਾਇਆ ਤੇ ਉਹ ਬਣ ਗਿਆ, ਪਰ ਸਾਡੇ 'ਚ ਹੀ ਵੜ ਕੇ, ਸਾਡੇ ਸਰੂਪ 'ਚ ਸੋਹਣੀਆਂ ਦਸਤਾਰਾਂ ਬਣ ਕੇ ਸਾਡੇ ਸਿਧਾਂਤ ਨੂੰ ਖਤਮ ਕਰਨ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਨੂੰ ਖਤਮ ਕਰਨ ਦੀਆਂ ਬੜੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਹਕੂਮਤ ਕਹਿੰਦੀ ਹੈ ਕਿ ਇਸ ਦਿਨ ਨੂੰ ਭੁੱਲ ਜਾਓ, ਸਾਡੇ ਲੀਡਰ ਵੀ ਕਹਿੰਦੇ ਇਸ ਦਿਨ ਨੂੰ ਭੁੱਲ ਜਾਓ।
इस जून के महीने ਨੂੰ भुल जाओ। और इनू भुलाउण लई बड़े यतन किए जा रहे हैं। साडे लीडर इनू तो वोटां वेले ही याद करते हैं कि कांग्रेस ने घल्लूकारा किया वोटां की खातर। जून के दिनों च उन्होंने ये दिन भुल जाते हैं क्योंकि वो इस दिन नूं भुलाउणा चाहुंदे ने, तोड़न दे लई कि साज़ां रचियां जांदियां ने। पर सच गल चेते रखियो, वो दिन भुलण वाला नहीं। गुलजार जी ने गल लिखी है कि पासपोर्ट अधिकारी एक सरदार नूं पुछदा है कि तेरे जख्म पर कोई अजिहा निशान है जो दिखा सके। तो उस सरदार कमीज चुक के गल कहिंदा है, 84 की आग का एक निशान है सर जी जो कभी मिट नहीं सकता। इस 84 की अग का यह निशान कभी मिट नहीं सकता, सदा ही साडे अंदर पीड़ा पैदा करता रहेगा। जद भी जून का महीना आउंदा है साडे अंदरों कस, साडे अंदरों पीड़ा उठती है। और सानू गुरु नानक साहब जी ने जो निर्मल मार्ग दिता है, आओ आपां गुरु दे इस मार्ग ते चलदे हैं। जो पो प्रेम खिलन का चाओ, सिर तर तली गली मेरी आओ। इत मार्ग पैर तरीजै, सिर दीजै कान ना कीजै। गुरु नानक दा मार्ग सरबत दे भले दा मार्ग है, मनुखता दे उधार दा मार्ग है। और ये सच दे मार्ग दे अगे रुकावटां आईयां ने ते आउंदियां रहणियां ने। ये घल्लूकारा को आखिरी नहीं है, अगे पता नहीं किन्ने आउणे ने। पर जे आपां गुरु के सिद्धांत नाल जुड़े रहांगे, श्री गुरु ग्रंथ साहिब जी की पवित्र बाणी नाल जुड़े रहांगे, गुरु हमेशा साडे अंग संग है। सानू साडे सतगुरु जी ने कहा असीं मन तू जोत स्वरूप है, अपना मूल पछाण। आओ शब्द गुरु नाल जुड़ के, डेरियां तो बच के, देह धारियां तो बच के, कर्मकांडां तो, वहमां भरमां तो, दिनां दिहाड़ां दे भरम तो बच के, नरोल एक अकाल पुरख दे पुजारी बन के, शब्द दा प्रचिद नाल जुड़ के, खालसे दे रो रीत नूं पछाणदे आपां धरती ते विचरीए। आखिर गुरु नानक साहिब जी का यह वचन हमेशा सच होएगा, कूड़ निखुट्टे नानका ओढ़क सच रही। गुरु के पंथ के निशान समुचे ब्रह्मंड अंदर झूलते रहणगे। और गुरु ग्रंथ साहिब जी की बाणी समुची कायनात के अंदर गूंजती हुई इहो जिहियां तत्तां नूं वंगारदी रहेगी कि राजे शी मुकदम कुत्ते जाए जगाइन बैठे सुते। आओ गुरु शब्द का पल्ला पकड़िए। ये 84 का घल्लूकारा सानू ये गल चेते कराउंदा है कि जे गुरु की निर्मल रीत नाल टुटोगे तो तहस नहस हो जाओगे, जे गुरु की निर्मल रीत नाल जुड़ोगे तो तुहाडी चढ़दी कला रहेगी। वाहिगुरू जी का खालसा, वाहिगुरू जी की फतेह।